ਮੈਡੀਵਲ ਹਿਸਟਰੀ ਆਫ ਪੰਜਾਬ। ਪਿਛਲੀ ਵੀਡੀਓ 'ਚ ਆਪਾਂ ਚਰਚਾ ਕੀਤੀ ਸੀਗੀ ਏਂਸ਼ੀਅੰਟ ਹਿਸਟਰੀ ਆਫ ਪੰਜਾਬ ਦੀ। ਹੁਣ ਆਪਾਂ ਅੱਗੇ ਵੱਧ ਕੇ ਮੈਡੀਵਲ ਹਿਸਟਰੀ ਦੀ ਚਰਚਾ ਕਰਾਂਗੇ। ਤਾਂ ਮੈਡੀਵਲ ਹਿਸਟਰੀ ਆਫ ਪੰਜਾਬ ਦੇ ਵਿੱਚ ਕੁਤੁਬਉੱਦੀਨ ਐਬਕ ਤੋਂ ਸਟਾਰਟ ਹੋ ਕੇ ਜਦੋਂ ਤੱਕ ਬ੍ਰਿਟਿਸ਼ ਐਨੈਕਸੇਸ਼ਨ ਨਹੀਂ ਹੁੰਦੀ ਉਹ ਸਾਰਾ ਸਮਾਂ ਆ ਜਾਂਦਾ ਹੈਗਾ। ਹਿਸਟਰੀ ਨੂੰ ਆਪਾਂ ਤਿੰਨ ਟਾਈਮ ਪੀਰੀਅਡਸ 'ਚ ਡਿਵਾਈਡ ਕਰਦੇ ਹਾਂ: ਏਂਸ਼ੀਅੰਟ, ਮੈਡੀਵਲ ਤੇ ਮਾਡਰਨ। ਏਂਸ਼ੀਅੰਟ ਪੀਰੀਅਡ ਹੈਗਾ ਮੁਸਲਿਮ ਇਨਵੇਜਨ ਤੋਂ ਪਹਿਲਾਂ ਦਾ ਸਮਾਂ, ਜਿੱਥੇ ਆਪਾਂ ਗੁਪਤਾ ਐਮਪਾਇਰ ਪੜ੍ਹਿਆ ਹੈਗਾ, ਇੰਦਸ ਵੈਲੀ ਸਿਵਲਾਈਜੇਸ਼ਨ, ਮੌਰੀਅਨ ਐਮਪਾਇਰ ਪੜ੍ਹਿਆ ਹੈਗਾ। ਉਹ ਸਾਰੇ ਏਂਸ਼ੀਅੰਟ ਹਿਸਟਰੀ ਦਾ ਪਾਰਟ ਨੇ। ਮੈਡੀਵਲ ਪੀਰੀਅਡ ਸਟਾਰਟ ਹੁੰਦਾ ਹੈਗਾ ਮੁਹੰਮਦ ਗੌਰੀ ਦੇ ਪ੍ਰਿਥਵੀ ਰਾਜ ਚੌਹਾਨ ਨੂੰ ਹਰਾਉਣ ਤੋਂ ਬਾਅਦ। ਤਾਂ ਜਿਹੜੀ ਬੈਟਲ ਆਫ ਟਰੇਨ ਸੀ 1192 ਦੇ ਵਿੱਚ ਆਪਾਂ ਚਰਚਾ ਕੀਤੀ ਸੀ, ਪ੍ਰਿਥਵੀ ਰਾਜ ਚੌਹਾਨ ਦੀ ਡੈਥ ਹੋ ਜਾਂਦੀ ਆ ਉਹ ਬੈਟਲ ਤੋਂ ਬਾਅਦ, ਕਿਉਂਕਿ ਮੁਹੰਮਦ ਗੌਰੀ ਉਸਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈਗਾ। ਉੱਥੋਂ ਆਪਣਾ ਮੈਡੀਵਲ ਪੀਰੀਅਡ ਸਟਾਰਟ ਹੋ ਜਾਂਦਾ ਹੈ। ਮੈਡੀਵਲ ਪੀਰੀਅਡ 'ਚ ਵੀ ਦੋ ਮੁੱਖ ਪੀਰੀਅਡ ਨੇ। ਪਹਿਲਾ ਹੈਗਾ ਦਿੱਲੀ ਸਲਤਨਤ ਦਾ ਪੀਰੀਅਡ, ਸੈਕੰਡ ਹੈਗਾ ਮੁਗਲਸ ਦਾ ਪੀਰੀਅਡ। ਉਸ ਤੋਂ ਬਾਅਦ ਬ੍ਰਿਟਿਸ਼ਰਸ ਦਾ ਪੀਰੀਅਡ ਸਟਾਰਟ ਹੋ ਜਾਂਦਾ ਹੈ। ਬ੍ਰਿਟਿਸ਼ ਟਾਈਮ 'ਚ ਕਈ ਸਕਾਲਰਸ ਸੀਗੇ, ਉਹ ਹਿਸਟਰੀ ਦੀ ਡਿਵੀਜ਼ਨ ਕਾਫੀ ਕਮਿਊਨਲ ਤਰੀਕੇ ਨਾਲ ਕਰ ਦਿੰਦੇ ਸੀ। ਤਾਂ ਉਹ ਏਂਸ਼ੀਅੰਟ ਹਿਸਟਰੀ ਨੂੰ ਹਿੰਦੂ ਪੀਰੀਅਡ ਕਹਿੰਦੇ ਸੀ, ਮੈਡੀਵਲ ਨੂੰ ਮੁਸਲਿਮ ਪੀਰੀਅਡ ਕਹਿੰਦੇ ਸੀ, ਤੇ ਮਾਡਰਨ ਨੂੰ ਬ੍ਰਿਟਿਸ਼ ਜਾਂ ਕ੍ਰਿਸਚੀਅਨ ਪੀਰੀਅਡ ਕਹਿੰਦੇ ਸੀ। ਪਰ ਆਪਾਂ ਡਿਫਰੈਂਟ ਤਰੀਕੇ ਨਾਲ ਡਿਵੀਜ਼ਨ ਕਰਦੇ ਹੈਗੇ ਆ, ਜਿਹੜੀ ਕਿ ਸਾਇੰਟਿਫਿਕ ਹੈ: ਏਂਸ਼ੀਅੰਟ, ਮੈਡੀਵਲ ਤੇ ਮਾਡਰਨ। ਮੈਡੀਵਲ ਪੀਰੀਅਡ ਸਟਾਰਟ ਹੁੰਦਾ ਹੈਗਾ ਦਿੱਲੀ ਸਲਤਨਤ ਦੀ ਐਸਟੈਬਲਿਸ਼ਮੈਂਟ ਦੇ ਨਾਲ, ਤੇ ਦਿੱਲੀ ਸਲਤਨਤ ਆਲਮੋਸਟ ਹਾਫ ਆਫ ਦਾ ਪੀਰੀਅਡ ਹੈਗਾ ਮੈਡੀਵਲ ਹਿਸਟਰੀ ਦਾ। 1206 ਤੋਂ 1526 AD ਦਾ ਜੋ ਵੀ ਸਮਾਂ ਹੈਗਾ ਉਹਨੂੰ ਆਪਾਂ ਦਿੱਲੀ ਸਲਤਨਤ ਦਾ ਸਮਾਂ ਕਹਿੰਦੇ ਹਾਂ। ਜਿਵੇਂ ਕਿ ਏਂਸ਼ੀਅੰਟ ਪੀਰੀਅਡ 'ਚ ਵੀ ਆਪਾਂ ਡਿਸਕਸ ਕੀਤਾ, ਜੋ ਵੀ ਨਾਰਥ ਇੰਡੀਆ ਦੀ ਹਿਸਟਰੀ ਆ ਉਹੀ ਤਕਰੀਬਨ ਪੰਜਾਬ ਦੀ ਹਿਸਟਰੀ ਆ ਮੈਡੀਵਲ ਟਾਈਮ ਪੀਰੀਅਡ ਦੇ ਵਿੱਚ ਵੀ। ਤੇ ਜਿਹੜਾ ਦਿੱਲੀ ਸਲਤਨਤ ਦਾ ਪੀਰੀਅਡ ਆ ਇਹ ਥੋੜਾ ਜਿਹਾ ਘੱਟ ਇੰਪੋਰਟੈਂਟ ਹੈਗਾ ਮੁਗਲਸ ਨਾਲੋਂ। ਜਿਹੜਾ ਮੁਗਲ ਪੀਰੀਅਡ ਆ ਉਹ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਉਸ ਟਾਈਮ ਪੀਰੀਅਡ ਵਿੱਚ ਹੀ ਸਿੱਖੀਜ਼ਮ ਦਾ ਜਨਮ ਹੁੰਦਾ ਹੈਗਾ, ਤੇ ਸਿੱਖੀਜ਼ਮ ਕਾਫੀ ਇੰਪੋਰਟੈਂਟ ਪਾਰਟ ਪਲੇ ਕਰਦਾ ਹੈਗਾ ਪੰਜਾਬ ਦੀ ਮੈਡੀਵਲ ਹਿਸਟਰੀ ਦਾ। ਇਹ ਕਾਫੀ ਇੰਪੋਰਟੈਂਟ ਪਾਰਟ ਹੈਗਾ, ਤੇ ਇਸ ਲਈ ਆਪਾਂ ਮੁਗਲਸ ਨੂੰ ਥੋੜਾ ਡਿਟੇਲ 'ਚ ਕਰਨਾ ਹੈਗਾ। ਦਿੱਲੀ ਸਲਤਨਤ ਦੇ ਵਿੱਚ 5 ਡਾਇਨੈਸਟੀਜ਼ ਨੇ। ਤਾਂ ਇਹ ਨਹੀਂ ਹੈਗਾ ਦਿੱਲੀ ਸਲਤਨਤ ਕੋਈ ਇੱਕ ਡਾਇਨੈਸਟੀ ਸੀਗੀ। ਮੁਸਲਿਮ ਰੂਲਰਸ ਦੇ ਆਉਣ ਨਾਲ 5 ਡਾਇਨੈਸਟੀਜ਼ ਇੱਕ ਤੋਂ ਬਾਅਦ ਇੱਕ ਆਈਆਂ, ਉਹਨਾਂ ਨੂੰ ਆਪਾਂ ਦਿੱਲੀ ਸਲਤਨਤ ਕਹਿੰਦੇ ਆ। ਤੇ ਜਦੋਂ ਲਾਸਟ ਡਾਇਨੈਸਟੀ ਨੂੰ, ਇਬਰਾਹਿਮ ਲੋਧੀ ਨੂੰ ਬਾਬਰ ਨੇ ਹਰਾਇਆ, ਜੋ ਕਿ ਮੁਗਲ ਸੀਗਾ, ਉੱਥੋਂ ਮੁਗਲ ਪੀਰੀਅਡ ਸਟਾਰਟ ਹੋ ਜਾਂਦਾ। ਪਹਿਲੀ ਡਾਇਨੈਸਟੀ ਦਿੱਲੀ ਸਲਤਨਤ ਦੀ ਸੀਗੀ ਸਲੇਵ ਡਾਇਨੈਸਟੀ ਜਾਂ ਮਮਲੂਕ ਡਾਇਨੈਸਟੀ। ਇਹਨੂੰ ਸਲੇਵ ਇਸ ਲਈ ਕਹਿੰਦੇ ਸੀ ਕਿਉਂਕਿ ਜਿਹੜੇ ਸਲੇਵ ਸੀਗੇ ਮੁਸਲਿਮਸ ਦੇ ਵਿੱਚ ਉਹੀ ਇਸ ਨੂੰ ਰੂਲ ਕਰ ਰਹੇ ਸੀ। ਜਿਹੜਾ ਕੁਤੁਬਉੱਦੀਨ ਐਬਕ ਸੀਗਾ ਇਹ ਮੁਹੰਮਦ ਗੌਰੀ ਦਾ ਹੀ ਸਲੇਵ ਸੀਗਾ, ਤੇ ਮੁਹੰਮਦ ਗੌਰੀ ਤੋਂ ਬਾਅਦ ਕੁਤੁਬਉੱਦੀਨ ਐਬਕ ਨੇ ਦਿੱਲੀ ਦੇ ਉੱਤੇ ਕਬਜ਼ਾ ਕੀਤਾ, ਤੇ ਦਿੱਲੀ ਦਾ ਇਹ ਗਵਰਨਰ ਹੀ ਸੀਗਾ ਇੱਕ ਤਰੀਕੇ ਨਾਲ ਮੁਹੰਮਦ ਗੌਰੀ ਵੱਲੋਂ। ਤੇ ਇਹਨੇ ਆਪਣੀ ਇੱਕ ਡਾਇਨੈਸਟੀ ਸਟਾਰਟ ਕਰਤੀ। ਤਾਂ 1206 ਤੋਂ ਲੈ ਕੇ 1210 AD ਤੱਕ ਕੁਤੁਬਉੱਦੀਨ ਐਬਕ ਦਿੱਲੀ ਦੀ ਥਰੋਨ ਤੇ ਕਾਬਜ਼ ਸੀਗਾ। ਉਸ ਤੋਂ ਬਾਅਦ ਇਲਤੁਤਮਿਸ਼ ਦਾ ਟਾਈਮ ਪੀਰੀਅਡ ਸਟਾਰਟ ਹੁੰਦਾ ਹੈ। ਇਹ ਕਾਫੀ ਲੰਬੇ ਸਮੇਂ ਤੱਕ 1231 ਤੱਕ ਤਕਰੀਬਨ 30 ਸਾਲ ਜਿਹੜਾ ਹੈਗਾ ਇਲਤੁਤਮਿਸ਼ ਰਾਜਾ ਸੀਗਾ, ਮਹਾਰਾਜ ਸੀਗਾ ਦਿੱਲੀ ਦਾ, ਤੇ ਇਹਦਾ ਕਾਫੀ ਬੜਾ ਐਮਪਾਇਰ ਸੀ। ਤਾਂ ਜਿਹੜਾ ਸਲੇਵ ਡਾਇਨੈਸਟੀ ਆ ਉਹਦਾ ਐਮਪਾਇਰ ਤੁਸੀਂ ਦੇਖ ਸਕਦੇ ਹੋ, ਇੱਕ ਰਿਪਰੈਜ਼ੈਂਟੇਟਿਵ ਇਮੇਜ ਹੈਗੀ ਆ ਤੁਹਾਡੀ ਸਕਰੀਨ ਤੇ। ਤਾਂ ਪੰਜਾਬ ਦਾ ਕਾਫੀ ਇਲਾਕਾ ਇਸ ਦੇ ਵਿੱਚ ਸੀ, ਦਿੱਲੀ ਸੀਗਾ। ਉਸ ਤੋਂ ਬਾਅਦ ਇਹ ਈਸਟ ਦੇ ਵਿੱਚ ਕਾਫੀ ਐਕਸਟੈਂਡ ਹੁੰਦਾ ਸੀ, ਜਿਹੜਾ ਅੱਜ ਦਾ ਬਿਹਾਰ ਹੈਗਾ ਉਸ ਤੋਂ ਅੱਗੇ ਜਾ ਕੇ ਬੰਗਾਲ ਤੱਕ ਇਹ ਜਾਂਦਾ ਸੀ ਇਲਾਕਾ। ਤੇ ਸਿੰਧ ਤੇ ਪੰਜਾਬ ਦਾ ਇਲਾਕਾ ਜਿਹੜਾ ਪਾਕਿਸਤਾਨ 'ਚ ਹੈਗਾ ਉਹ ਤਾਂ ਇਸ ਦੇ ਵਿੱਚ ਸੀਗਾ ਹੀ। ਇਲਤੁਤਮਿਸ਼ ਤੋਂ ਬਾਅਦ ਰਜ਼ੀਆ ਸੁਲਤਾਨਾ ਦਾ ਟਾਈਮ ਆਉਂਦਾ ਹੈ। ਰਜ਼ੀਆ ਇੰਪੋਰਟੈਂਟ ਇਸ ਲਈ ਹੈ, ਇਹ ਇੱਕ ਵੂਮੈਨ ਕੁਈਨ ਸੀਗੀ, ਮਤਲਬ ਇੱਕ ਵੂਮੈਨ ਦਾ ਰਾਜ ਸੀਗਾ ਮੈਡੀਵਲ ਟਾਈਮ ਪੀਰੀਅਡ ਦੇ ਵਿੱਚ। ਇਹ ਇੰਪੋਰਟੈਂਟ ਹੈਗਾ। ਤੇ ਇਹਦੇ ਰਿਲੇਸ਼ਨ ਸੀਗੇ ਜਲਾਲੂਦੀਨ ਯਕੂਤ ਨਾਲ। ਤਾਂ ਇਹਨੂੰ ਕਾਫੀ ਇਹ ਫੇਵਰ ਕਰਦੀ ਸੀ, ਤੇ ਇਥੋਪੀਅਨ ਸੀ ਜਾਂ ਐਬਸੀਨੀਅਨ ਸੀਗਾ। ਇਸ ਤੋਂ ਟਰਕਿਸ਼ ਨੋਬਲਸ ਨਾਰਾਜ਼ ਸੀਗੇ, ਉਹਨਾਂ ਨੇ ਬਗਾਵਤ ਕਰਨੀ ਸਟਾਰਟ ਕੀਤੀ ਰਜ਼ੀਆ ਦੇ ਖਿਲਾਫ। ਜਿਹੜਾ ਗਵਰਨਰ ਆਫ ਬਠਿੰਡਾ ਸੀਗਾ ਅਲਤੂਨੀ, ਅਲਤੂਨੀ ਉਸ ਸਮੇਂ ਦਾ ਗਵਰਨਰ ਸੀ ਬਠਿੰਡਾ ਰੀਜਨ ਦਾ, ਉਹਨੇ ਰਜ਼ੀਆ ਨੂੰ ਕੈਪਚਰ ਕਰ ਲਿਆ, ਇੰਪ੍ਰਿਜ਼ਨ ਕਰ ਲਿਆ ਸੀਗਾ। ਤੇ ਰਜ਼ੀਆ ਨੇ ਬਚਣ ਲਈ ਕੀ ਕੀਤਾ, ਅਲਤੂਨੀ ਨਾਲ ਵਿਆਹ ਕਰਾ ਲਿਆ। ਉਹ ਦਿੱਲੀ ਵੱਲ ਜਾ ਰਹੇ ਸੀ, ਉਦੋਂ ਬਹਿਰਾਮ ਨੇ ਦੋਨਾਂ ਨੂੰ ਮਾਰਤਾ। ਤਾਂ ਰਜ਼ੀਆ ਤੋਂ ਬਾਅਦ ਬਹਿਰਾਮ ਦਾ ਟਾਈਮ ਪੀਰੀਅਡ ਸਟਾਰਟ ਹੁੰਦਾ, ਉਹ ਕਿੰਗ ਸੀਗਾ।
ਉਸ ਤੋਂ ਬਾਅਦ ਗਿਆਸੁਦੀਨ ਬਲਬਨ ਇੱਕ ਇੰਪੋਰਟੈਂਟ ਰਾਜਾ ਰਿਹਾ 1246 ਤੋਂ ਲੈ ਕੇ 1286 ਏਡੀ ਤੱਕ ਇਹਦਾ ਟਾਈਮ ਪੀਰੀਅਡ ਸੀਗਾ। ਤਾਂ ਤਕਰੀਬਨ 40 ਸਾਲ ਇਹਨੇ ਡੀ ਫੈਕਟੋ ਰਾਜ ਕੀਤਾ। ਪਹਿਲੇ 20 ਸਾਲ ਇਹ ਪ੍ਰਾਈਮ ਮਿਨਿਸਟਰ ਸੀ ਸੁਲਤਾਨ ਨਸੀਰੁਦੀਨ ਮਹਿਮੂਦ ਦਾ। ਤਾਂ ਕਹਿਣ ਨੂੰ ਮਹਿਮੂਦ ਰਾਜਾ ਸੀ, ਪਰ ਗਿਆਸੁਦੀਨ ਬਲਬਨ ਦੀ ਚੱਲਦੀ ਸੀਗੀ, ਉਹ ਪਪੇਟ ਕਿੰਗ ਹੀ ਸੀਗਾ। 20 ਸਾਲ ਉਹ ਆਪ ਕਾਬਜ਼ ਰਿਹਾ ਹੈਗਾ ਕੁਰਸੀ ਤੇ। ਤਾਂ ਉਹ ਰਾਜਾ ਸੀਗਾ ਬਲਬਨ ਡਾਇਰੈਕਟਲੀ, ਡੀ ਜੂਰੇ ਵੀ ਉਸ ਟਾਈਮ ਪੀਰੀਅਡ ਦੇ ਵਿੱਚ। ਉਸ ਤੋਂ ਬਾਅਦ ਮੁਗਲ ਥ੍ਰੈਟ ਸੀਗੇ, ਇਹ ਟਾਈਮ ਪੀਰੀਅਡ ਦੇ ਵਿੱਚ ਵੀ ਮੁਗਲ ਥ੍ਰੈਟ ਸੀਗਾ। ਇਸ ਲਈ ਇੱਕ ਕਿਲਾ ਬਣਾਇਆ ਗਿਆ ਸਰਹੰਦ ਦੇ ਵਿੱਚ। ਇਹ ਇੰਪੋਰਟੈਂਟ ਹੈਗਾ ਪੰਜਾਬ ਦੇ ਕੰਟੈਕਸਟ ਕਿ ਸਰਹੰਦ ਤੇ ਕਿਲਾ ਬਣਾਇਆ ਗਿਆ। ਉਸ ਤੋਂ ਪਹਿਲਾਂ ਇਲਤੁਨੀ ਦੀ ਗੱਲ ਕਰੀਏ, ਉਹ ਗਵਰਨਰ ਆਫ ਬਠਿੰਡਾ ਸੀਗਾ ਤੇ ਪੰਜਾਬ ਦੀ ਹਿਸਟਰੀ ਦੇ ਕੰਟੈਕਸਟ 'ਚ ਇੰਪੋਰਟੈਂਟ ਹੈਗਾ। ਫਿਰ ਗਵਰਨਰ ਆਫ ਸਰਹੰਦ ਸ਼ੇਰ ਖਾਨ ਨਾਮ ਦਾ ਇੱਕ ਵਿਅਕਤੀ ਸੀ ਬਲਬਨ ਦੇ ਰੂਲ ਦੇ ਵਿੱਚ। ਉਹਨੇ ਮੰਗੋਲਸ ਨੂੰ ਰਿਪਲਸ ਕੀਤਾ, ਹਰਾਇਆ, ਉਹਨਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਹੈਗਾ ਭਾਰਤ ਦੇ। ਤਾਂ ਕਾਫੀ ਵਧੀਆ ਕੰਮ ਕੀਤਾ ਉਹਨੇ। ਪਰ ਉਹਦੇ ਤੇ ਡਿਸਟਰਸਟ ਹੋ ਗਿਆ ਬਲਬਨ ਨੂੰ, ਉਹਨੇ ਪੋਇਜ਼ਨ ਕਰਤਾ ਤੇ ਉਹਦੀ ਜਗ੍ਹਾ ਗਵਰਨਰ ਆਫ ਸਰਹੰਦ ਲਾਤਾ ਪ੍ਰਿੰਸ ਸੁਲਤਾਨ ਨੂੰ, ਜਿਹਦੀ ਮੌਤ ਤੋਂ ਬਾਅਦ ਬਲਬਨ ਵੀ ਕਾਫੀ ਡਿਸਹਾਰਟਨ ਹੋ ਗਿਆ ਸੀ। ਤਾਂ ਇਹ ਸੀਗਾ ਆਪਣਾ ਸਲੇਵ ਡਾਇਨੈਸਟੀ। ਇਸ ਤੋਂ ਬਾਅਦ ਉਹਦਾ ਡਿਕਲਾਈਨ ਸ਼ੁਰੂ ਹੁੰਦਾ। ਲਾਸਟ ਰੂਲਰ ਸੀਗਾ ਕੈਕੂਬਾਦ। ਕੈਕੂਬਾਦ ਇਹਦਾ ਲਾਸਟ ਰੂਲਰ ਸੀਗਾ। ਇਹਨੂੰ ਡੀਥਰੋਨ ਕੀਤਾ ਜਲਾਲੂਦੀਨ ਨੇ। ਤਾਂ ਜਲਾਲੂਦੀਨ ਨੇ ਖਿਲਜੀ ਡਾਇਨੈਸਟੀ ਸਟਾਰਟ ਕਰਤੀ। ਪਹਿਲੀ ਡਾਇਨੈਸਟੀ ਆਪਣੀ ਸਲੇਵ ਜਾਂ ਮਮਲੂਕ ਡਾਇਨੈਸਟੀ ਸੀ। ਉਸ ਤੋਂ ਬਾਅਦ ਹੁੰਦੀ ਹੈ ਖਿਲਜੀ ਡਾਇਨੈਸਟੀ ਸਟਾਰਟ। ਤਾਂ 1206 ਤੋਂ ਲੈ ਕੇ 1290 ਤੱਕ, ਤਾਂ ਤਕਰੀਬਨ 84 ਸਾਲ ਦਾ ਜਿਹੜਾ ਸਮਾਂ ਹੈਗਾ ਉਹ ਹੈਗਾ ਸਲੇਵ ਡਾਇਨੈਸਟੀ ਦਾ। ਫਿਰ 30 ਸਾਲ ਦਾ ਸਮਾਂ ਹੈਗਾ ਖਿਲਜੀ ਡਾਇਨੈਸਟੀ ਦਾ, ਜਲਾਲੂਦੀਨ ਖਿਲਜੀ। ਫਿਰ ਉਸਦਾ ਇੱਕ ਨੈਫਿਊ ਸੀਗਾ, ਭਤੀਜਾ ਅਲਾਉਦੀਨ ਖਿਲਜੀ। ਉਹਨੇ ਜਲਾਲੂਦੀਨ ਖਿਲਜੀ ਨੂੰ ਡਿਸਪਲੇਸ ਕਰਤਾ। ਅਲਾਉਦੀਨ ਖਿਲਜੀ ਤੇ ਮੂਵੀ ਵੀ ਬਣੀ ਆ ਪਦਮਾਵਤ, ਕਾਫੀ ਫੇਮਸ ਰੂਲਰ ਸੀਗਾ। ਇਹਨੇ ਸਾਊਥ ਤੱਕ ਐਕਸਟੈਂਡ ਕਰਤਾ ਸੀਗਾ ਦਿੱਲੀ ਸਲਤਨਤ ਨੂੰ। ਤਾਂ ਤੁਸੀਂ ਮੈਪ ਦੇ ਵਿੱਚ ਵੀ ਦੇਖ ਸਕਦੇ ਹੋ, ਨਾਰਥ ਤੋਂ ਲੈ ਕੇ ਈਵਨ ਕਿ ਸਾਊਥ ਮਹਾਰਾਸ਼ਟਰ ਕਰਨਾਟਕਾ ਰੀਜਨ ਤੱਕ ਐਕਸਟੈਂਡ ਹੋ ਗਈ ਸੀ ਖਲਜੀ ਡਾਇਨੈਸਟੀ ਦਾ ਜਿਹੜਾ ਐਮਪਾਇਰ ਸੀਗਾ। ਮੰਗੋਲ ਇਨਵੇਜਨ ਉਸ ਟਾਈਮ ਵੀ ਇੱਕ ਬੜਾ ਥ੍ਰੈਟ ਸੀ। ਤੇ ਪੰਜਾਬ ਦਾ ਇੱਕ ਗਵਰਨਰ ਸੀਗਾ ਤੁਗਲਕ ਖਾਨ, ਉਹਨੇ ਮੰਗੋਲਸ ਨੂੰ ਹਰਾਇਆ। ਤਾਂ ਪੰਜਾਬ ਇੰਪੋਰਟੈਂਟ ਸੀਗਾ ਏਂਸ਼ੀਅੰਟ ਹਿਸਟਰੀ 'ਚ ਵੀ ਤੇ ਮੈਡੀਵਲ ਹਿਸਟਰੀ 'ਚ ਵੀ, ਕਿਉਂਕਿ ਸਾਰੇ ਹਮਲਾਵਰ ਜਿਹੜੇ ਹੈਗੇ ਨੇ ਪੰਜਾਬ ਦੇ ਰਸਤੇ ਹੀ ਦਿੱਲੀ ਤੇ ਕਾਬਜ਼ ਹੁੰਦੇ ਸੀਗੇ। ਆਹ ਟਾਈਮ ਪੀਰੀਅਡ ਹੈ 1320 ਏਡੀ ਤੱਕ ਖਿਲਜੀ ਡਾਇਨੈਸਟੀ ਦਾ। ਇਸ ਤੋਂ ਬਾਅਦ ਤੁਗਲਕ ਡਾਇਨੈਸਟੀ ਸਟਾਰਟ ਹੁੰਦੀ ਆ। ਜਿਹੜਾ ਗਿਆਸੁਦੀਨ ਤੁਗਲਕ ਸੀਗਾ, ਉਹਨੇ ਦਿੱਲੀ ਦੀ ਥਰੋਨ ਹਾਸਿਲ ਕਰ ਲਈ ਸੀਗੀ। ਲਾਸਟ ਜਿਹੜਾ ਖਿਲਜੀ ਡਾਇਨੈਸਟੀ ਦਾ ਰੂਲਰ ਸੀ ਉਹਨੂੰ ਹਰਾ ਕੇ। ਗਿਆਸੁਦੀਨ ਤੁਗਲਕ ਪੰਜਾਬ ਦੇ ਏਰੀਏ 'ਚ ਕੰਮ ਕਰਦਾ ਸੀ, ਇੱਕ ਗਵਰਨਰ ਹੀ ਸੀਗਾ। ਤਾਂ ਇੱਕ ਪੰਜਾਬ ਦੇ ਗਵਰਨਰ ਨੇ ਡੀਥਰੋਨ ਕਰਤਾ ਸੀਗਾ ਰਾਜੇ ਨੂੰ ਦਿੱਲੀ ਤੋਂ। ਇਹ ਚੀਜ਼ ਆਪਾਂ ਨੂੰ ਬਾਰ-ਬਾਰ ਮਿਲੂਗੀ। ਤੁਗਲਕ ਡਾਇਨੈਸਟੀ ਤੋਂ ਬਾਅਦ ਸਈਅਦ ਤੇ ਲੋਧੀ ਡਾਇਨੈਸਟੀ ਦੇ ਵਿੱਚ ਵੀ ਇਹੀ ਹੋਇਆ ਹੈਗਾ। ਮੁਹੰਮਦ ਬਿਨ ਤੁਗਲਕ ਕਾਫੀ ਇੰਪੋਰਟੈਂਟ ਰੂਲਰ ਸੀਗਾ ਤੁਗਲਕ ਡਾਇਨੈਸਟੀ ਦਾ। ਤਾਂ ਇਹਨੂੰ ਪੜ੍ਹਿਆ ਲਿਖਿਆ ਮੂਰਖ ਵੀ ਕਿਹਾ ਜਾਂਦਾ ਹੈਗਾ। ਇਹ ਕਾਫੀ ਪੜ੍ਹਿਆ ਲਿਖਿਆ ਸੀ, ਸਮਝਦਾਰ ਸੀ, ਪਰ ਇਸ ਤੋਂ ਕੁਝ ਗਲਤੀਆਂ ਹੋ ਗਈਆਂ ਸੀਗੀਆਂ। ਫਿਰ ਫਿਰੋਜ਼ ਸ਼ਾਹ ਤੱਕ ਤੁਗਲਕ, ਇਹ ਵੀ ਬਹੁਤ ਇੰਪੋਰਟੈਂਟ ਰੂਲਰ ਹੈਗਾ ਤੁਗਲਕ ਡਾਇਨੈਸਟੀ ਦਾ। ਤੇ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਦਾ ਹੈੱਡਕੁਆਟਰ ਫਿਰੋਜ਼ਪੁਰ ਸ਼ਹਿਰ ਹੈ, ਉਹ ਇਹਨੇ ਬਸਾਇਆ ਸੀ। ਤਾਂ ਇਟ ਵਾਸ ਫਾਊਂਡਡ ਬਾय ਫਿਰੋਜ਼ ਸ਼ਾਹ ਤੁਗਲਕ। ਫਿਰ ਇਹਨੇ ਕਨਾਲਸ ਵੀ ਪੰਜਾਬ 'ਚ ਖੁਦਵਾਈਆਂ ਸੀਗੀਆਂ ਰਿਵਰ ਸਤਲੁਜ ਤੋਂ। ਤਾਂ ਐਗਰੀਕਲਚਰ ਦੇ ਸੈਕਟਰ 'ਚ ਇਹਨੇ ਕਾਫੀ ਕੰਮ ਕੀਤਾ। ਉਸ ਤੋਂ ਬਾਅਦ ਵੀਕ ਰੂਲਰਸ ਆ ਗਏ, ਇਨਸਟੇਬਿਲਿਟੀ ਆਈ। ਉਹ ਇਨਸਟੇਬਿਲਿਟੀ 'ਚ ਜਿਹੜਾ ਮੰਗੋਲ ਰੂਲਰ ਸੀਗਾ ਤੈਮੂਰ, ਉਹਨੇ ਕਾਫੀ ਲੂਟ ਤੇ ਪਲੰਡਰ ਮਚਾਈ ਹੈਗੀ ਆ ਦਿੱਲੀ 'ਚ। 1398 ਏਡੀ 'ਚ ਉਹਨੇ ਭਾਰਤ ਤੇ ਹਮਲਾ ਕੀਤਾ ਤੇ ਲੁੱਟ ਖਸੁੱਟ ਕਰਕੇ ਉਹ ਵਾਪਿਸ ਚਲਾ ਗਿਆ ਸੀ। ਤਾਂ ਤੁਗਲਕ ਡਾਇਨੈਸਟੀ ਦਾ ਤੁਸੀਂ ਮੈਪ ਦੇਖ ਸਕਦੇ ਹੋ, ਇਹ ਸਾਊਥ ਤੱਕ ਇਹ ਵੀ ਐਕਸਟੈਂਡ ਹੁੰਦਾ ਸੀ। ਕਾਫੀ ਬੜੀ ਐਮਪਾਇਰ ਸੀਗੀ ਇਹ। ਤੇ ਇਨਸਟੇਬਿਲਿਟੀ ਐਂਡ ਵਿੱਚ ਹੁੰਦੀ ਹੈ ਕਿਉਂਕਿ ਵੀਕ ਰੂਲਰ ਸੀਗੇ। ਤੇ ਤੈਮੂਰ ਦੀ ਇਨਵੇਸ਼ਨ ਤੋਂ ਬਾਅਦ ਇੱਕ ਤਰੀਕੇ ਨਾਲ ਅਨਾਥ ਹੀ ਹੋ ਗਈ ਸੀ ਦਿੱਲੀ ਦੀ ਥਰੋਨ। ਤੈਮੂਰ ਦੀ ਇੱਕ ਤਰੀਕੇ ਨਾਲ ਸਬ ਡਿਵੀਜ਼ਨ ਬਣ ਗਈ ਸੀ ਐਮਪਾਇਰ ਦੀ, ਜਿਹੜਾ ਪੰਜਾਬ ਦਾ ਰੀਜਨ ਸੀਗਾ। ਤਾਂ ਹੋਇਆ ਕਿ ਜਿਹੜਾ ਖਿਜ਼ਰ ਖਾਨ ਸੀ, ਜਿਹਨੇ ਸਈਅਦ ਡਾਇਨੈਸਟੀ ਬਣਾਈ ਸੀਗੀ 1414 ਏਡੀ ਦੇ ਵਿੱਚ, ਤਾਂ ਉਤੋਂ ਸਈਅਦ ਡਾਇਨੈਸਟੀ ਦਾ ਟਾਈਮ ਪੀਰੀਅਡ ਸਟਾਰਟ ਹੁੰਦਾ। ਉਹ ਪਹਿਲਾਂ ਕੀ ਸੀਗਾ, ਖਿਜ਼ਰ ਖਾਨ ਗਵਰਨਰ ਆਫ ਪੰਜਾਬ ਸੀ ਔਨ ਬਿਹਾਫ ਆਫ ਤੈਮੂਰ, ਕਿਉਂਕਿ ਤੈਮੂਰ ਨੇ ਭਾਰਤ ਆ ਕੇ ਕਾਫੀ ਲੁੱਟ ਮਚਾਈ ਸੀ ਤੇ ਹਰਾਤਾ ਸੀਗਾ ਭਾਰਤ ਦੇ ਰੂਲਰ ਨੂੰ। ਤਾਂ ਉਹਨੇ ਆਪਣਾ ਪੰਜਾਬ ਦਾ ਗਵਰਨਰ ਅਪਾਇੰਟ ਕੀਤਾ ਖਿਜ਼ਰ ਖਾਨ ਨੂੰ।
ਖਿਜ਼ਰ ਖਾਨ ਨੇ 1414 ਚ ਆਪਣੀ ਇੰਡੀਪੈਂਡੈਂਸ ਡਿਕਲੇਅਰ ਕਰਤੀ ਤੇ ਦਿੱਲੀ ਤੇ ਕਾਬਜ਼ ਹੋ ਗਿਆ। ਤਾਂ ਪੰਜਾਬ ਤੋਂ ਹੀ ਰਸਤਾ ਬਣਦਾ ਹੈਗਾ ਦਿੱਲੀ ਤੱਕ ਦਾ ਖਿਜ਼ਰ ਖਾਨ ਦਾ ਵੀ, ਜਿਵੇਂ ਤੁਗਲਕ ਡਾਇਨੈਸਟੀ ਚ ਗਿਆਸੁਦੀਨ ਤੁਗਲਕ ਨੇ ਕੀਤਾ ਸੀ। ਉਸ ਸਮੇਂ ਚ ਸਰਹੰਦ ਦਾ ਗਵਰਨਰ ਸੀ ਸੁਲਤਾਨ ਸ਼ਾਹ ਲੋਧੀ। ਇਹ ਇੰਪੋਰਟੈਂਟ ਹੈਗਾ। ਲੋਧੀ ਵੰਸ਼ਜ ਉੱਥੇ ਕੰਮ ਕਰ ਰਹੇ ਸੀਗੇ। ਫਿਊਚਰ ਚ ਇਹਨਾਂ ਦੀ ਫੈਮਿਲੀ ਚੋਂ ਹੀ ਲੋਧੀ ਡਾਇਨੈਸਟੀ ਆਉਂਦੀ ਹੈ। ਉਸ ਤੋਂ ਬਾਅਦ ਰੂਲਰ ਸੀਗਾ ਮੁਬਾਰਕ ਸ਼ਾਹ। ਮੁਬਾਰਕ ਸ਼ਾਹ ਦੇ ਕਾਰਜ ਦੇ ਵਿੱਚ ਕੀ ਹੋਇਆ ਕਿ ਜਸਰਤ ਚੀਫ ਆਫ ਖੋਖਰ ਸੀਗਾ, ਇਹ ਟ੍ਰਾਈਬ ਸੀਗੀ ਜਸਰਤ, ਉਹਨਾਂ ਦਾ ਚੀਫ ਸੀਗਾ। ਇਹ ਰੂਲ ਕਰ ਰਹੇ ਸੀ ਜੰਮੂ ਕਸ਼ਮੀਰ, ਹਿਮਾਚਲ ਤੇ ਨਾਰਥ ਪੰਜਾਬ, ਇਸ ਇਲਾਕੇ ਦੇ ਵਿੱਚ। ਤਾਂ ਇਹ ਇਲਾਕੇ ਦੇ ਵਿੱਚ ਸੈਯਦ ਡਾਇਨੈਸਟੀ ਨੂੰ ਕਾਫੀ ਚੈਲੰਜ ਕਰਦੇ ਸੀਗੇ, ਕਾਫੀ ਇਹ ਲੁੱਟ ਖਸੁੱਟ ਮਚਾਉਂਦੇ ਸੀਗੇ। ਤੇ ਜਿਹੜਾ ਅੱਲਾ ਦਾਦ ਸੀ ਗਵਰਨਰ ਸੀਗਾ ਇਹ ਜਲੰਧਰ ਤੋਂ ਲਾਹੌਰ ਤੱਕ ਦੇ ਰੀਜਨ ਦਾ, ਉਹਨੂੰ ਜਸਰਤ ਨੇ ਹਰਾਤਾ ਸੀਗਾ। ਤਾਂ ਮੁਬਾਰਕ ਸ਼ਾਹ ਦਾ ਰੇਂਜ ਚ ਜ਼ਿਆਦਾ ਸੁਪਰੀਮੇਸੀ ਨਹੀਂ ਸੀਗੀ ਸੈਯਦ ਡਾਇਨੈਸਟੀ ਦੀ। ਕਾਫੀ ਛੋਟੇ ਛੋਟੇ ਜਿਹੜੇ ਇੰਡੀਪੈਂਡੈਂਟ ਰੂਲਰ ਸੀਗੇ ਉਹ ਤੰਗ ਕਰਦੇ ਰਹਿੰਦੇ ਸੀ। ਫਿਰ ਉਸ ਤੋਂ ਬਾਅਦ ਮੁਹੰਮਦ ਸ਼ਾਹ ਆਉਂਦੇ ਨੇ। ਐਂਡ ਚ ਇਹਨਾਂ ਦਾ ਇੱਕ ਰੂਲਰ ਸੀਗਾ ਅਲਾਉਦੀਨ ਆਲਮ ਸ਼ਾਹ। ਉਹਨੇ ਤਾਂ ਆਪਣਾ ਕੈਪੀਟਲ ਹੀ ਦਿੱਲੀ ਤੋਂ ਬਦੌਨ ਸ਼ਿਫਟ ਕਰ ਲਿਆ ਸੀ, ਜੋ ਕਿ ਯੂਪੀ ਚ ਹੈ। ਤਾਂ ਉਹ ਦਿੱਲੀ ਰਹਿਣਾ ਵੀ ਉਹਨੂੰ ਠੀਕ ਨਹੀਂ ਲੱਗਿਆ, ਉਹ ਬਦੌਨ ਸ਼ਿਫਟ ਹੋ ਗਿਆ। ਇਹੀ ਚੀਜ਼ ਦਾ ਫਾਇਦਾ ਉਠਾ ਕੇ ਬਹਿਲੂਲ ਲੋਧੀ ਕਾਬਜ਼ ਹੋ ਜਾਂਦਾ ਹੈਗਾ ਦਿੱਲੀ ਦੀ ਥਰੋਨ ਦੇ ਉੱਤੇ। ਤਾਂ ਬਹਿਲੂਲ ਲੋਧੀ ਨੇ ਡਾਇਨੈਸਟੀ ਖੜੀ ਕੀਤੀ, ਲੋਧੀ ਡਾਇਨੈਸਟੀ 1451 ਏਡੀ ਦੇ ਵਿੱਚ। ਇਹ ਪੰਜਾਬ ਪਲੇਨਸ ਆਲਰੇਡੀ ਕੰਟਰੋਲ ਕਰ ਰਿਹਾ ਸੀਗਾ, ਪੰਜਾਬ ਚ ਸੀਗਾ ਇਹ ਬਹਿਲੂਲ ਲੋਧੀ ਐਜ਼ ਅ ਗਵਰਨਰ। ਤੇ ਦਿੱਲੀ ਦੇ ਨਾਲ ਕੀ ਹੋਇਆ, ਇੱਕ ਇਹਦਾ ਐਮਪਾਇਰ ਬਣ ਗਿਆ। ਜਦੋਂ ਦਿੱਲੀ ਦੇ ਥਰੋਨ ਤੇ ਇਹ ਕਾਬਜ਼ ਹੋ ਗਿਆ, ਦਿੱਲੀ ਪੰਜਾਬ ਉਸ ਐਮਪਾਇਰ ਦਾ ਹਿੱਸਾ ਸੀਗਾ। ਤੇ ਜਿਹੜਾ ਉਹ ਐਮਪਾਇਰ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਵਿੱਚ, ਆ ਜਿਹੜੀ ਬਲੈਕ ਲਾਈਨਸ ਡਰਾ ਕੀਤੀਆਂ ਹੈਗੀਆਂ ਨੇ ਮੈਂ, ਇਹਦੇ ਵਿੱਚ ਸੀਗਾ ਤਕਰੀਬਨ ਜਿਹੜਾ ਐਮਪਾਇਰ ਸੀਗਾ। ਤਾਂ ਯੂਪੀ ਦਾ ਜ਼ਿਆਦਾ ਇਲਾਕਾ, ਪੰਜਾਬ ਤਾਂ ਸੀਗਾ ਹੀ, ਰਾਜਪੂਤਸ ਵੀ ਸੀਗੇ ਸਾਊਥ ਦੇ ਵਿੱਚ, ਤਾਂ ਉਹ ਇੰਡੀਪੈਂਡੈਂਟ ਸੀਗੇ। ਤਾਂ ਇਹ ਕਾਫੀ ਛੋਟਾ ਸੀਗਾ ਜੇ ਆਪਾਂ ਤੁਗਲਕ ਡਾਇਨੈਸਟੀ ਜਾਂ ਖਿਲਜੀ ਡਾਇਨੈਸਟੀ ਨਾਲ ਕੰਪੇਅਰ ਕਰੀਏ, ਐਮਪਾਇਰ ਜ਼ਿਆਦਾ ਬੜਾ ਨਹੀਂ ਸੀਗਾ। ਇਸ ਤੋਂ ਬਾਅਦ ਸਿਕੰਦਰ ਲੋਧੀ ਆਉਂਦਾ ਹੈ ਤੇ ਲਾਸਟ ਰੂਲਰ ਸੀਗਾ ਇਬਰਾਹਿਮ ਲੋਧੀ। ਇਬਰਾਹਿਮ ਲੋਧੀ ਹੀ ਉਹ ਰੂਲਰ ਸੀਗਾ ਜਿਹਦੇ ਨਾਲ ਬਾਬਰ ਨੇ ਲੜ ਕੇ ਮੁਗਲ ਡਾਇਨੈਸਟੀ ਨੂੰ ਸਥਾਪਿਤ ਕੀਤਾ ਸੀਗਾ ਭਾਰਤ ਦੇ ਵਿੱਚ। ਇਨਵੇਜਨ ਹੁੰਦੀ ਹੈ ਬਾਬਰ ਦੀ, ਜੋ ਕਿ ਮੁਗਲ ਸੀਗਾ। ਇਹ ਵੀ ਤਾਈਮੂਰ ਦਾ ਹੀ ਵੰਸ਼ਜ ਸੀਗਾ ਜਿਹੜਾ ਬਾਬਰ ਸੀਗਾ। 1520 ਚ ਇਹਨੇ ਵੈਸਟਰਨ ਪੰਜਾਬ ਤੇ ਕਬਜ਼ਾ ਕੀਤਾ ਹੈਗਾ, ਜੋ ਪਾਕਿਸਤਾਨ ਚ ਹੈ ਕਾਫੀ ਬੜਾ ਹਿੱਸਾ। 1524 1524 ਚ ਲਾਹੌਰ ਤੇ ਕਬਜ਼ਾ ਹੋ ਗਿਆ। 1526 ਚ ਪਾਣੀਪਤ ਦੀ ਜਿਹੜੀ ਪਹਿਲੀ ਬੈਟਲ ਆ, ਫਰਸਟ ਬੈਟਲ ਆਫ ਪਾਣੀਪਤ, ਉਸ ਚ ਇਬਰਾਹਿਮ ਲੋਧੀ ਨੂੰ ਹਰਾ ਕੇ ਦਿੱਲੀ ਦੀ ਥਰੋਨ ਤੇ ਕਾਬਜ਼ ਹੋ ਜਾਂਦਾ ਹੈਗਾ। ਤਾਂ ਇੱਥੇ ਦਿੱਲੀ ਸਲਤਨਤ ਦਾ ਟਾਈਮ ਪੀਰੀਅਡ ਐਂਡ ਹੋ ਜਾਂਦਾ ਹੈਗਾ। ਇੱਥੋਂ ਸਟਾਰਟ ਹੁੰਦਾ ਮੁਗਲ ਡਾਇਨੈਸਟੀ ਦਾ ਟਾਈਮ ਪੀਰੀਅਡ 1526 ਏਡੀ ਤੇ ਟਿਲ ਅਰਲੀ 18th ਸੈਂਚੁਰੀ, ਮਤਲਬ 1710 1720 1730, ਇਸ ਜਿਹੜਾ ਟਾਈਮ ਪੀਰੀਅਡ ਹੈਗਾ ਉੱਥੇ ਤੱਕ 1526 ਤੋਂ ਲੈ ਕੇ ਲਾਹੌਰ, ਆਗਰਾ, ਦਿੱਲੀ ਇਹ ਕੈਪੀਟਲ ਸਿਟੀ ਸੀਗੀਆਂ ਮੁਗਲ ਡਾਇਨੈਸਟੀ ਲਈ। ਤਾਂ ਤਿੰਨ ਕੈਪੀਟਲ ਰੱਖਦੇ ਸੀ ਉਹ, ਦਿੱਲੀ ਵੀ ਸੀ, ਆਗਰਾ ਸੀ ਤੇ ਲਾਹੌਰ ਵੀ। ਤਾਂ ਇਹ ਪੰਜਾਬ ਦੇ ਕੰਟੈਸਟ ਇੰਪੋਰਟੈਂਟ ਆ ਵੀ ਲਾਹੌਰ ਇੱਕ ਇੰਪੋਰਟੈਂਟ ਸੈਂਟਰ ਸੀਗਾ ਮੁਗਲ ਡਾਇਨੈਸਟੀ ਦਾ। ਤੇ ਇੱਕ ਚੀਜ਼ ਆਪਾਂ ਇੱਥੇ ਯਾਦ ਰੱਖਣੀ ਆ, ਬਾਬਰ ਦੇ ਆਉਣ ਨਾਲ ਹੀ ਉਸੇ ਟਾਈਮ ਪੀਰੀਅਡ ਦੇ ਆਸ-ਪਾਸ ਗੁਰੂ ਨਾਨਕ ਦੇਵ ਜੀ ਸੀਗੇ, ਉਹਨਾਂ ਨੇ ਸਿੱਖੀਜ਼ਮ ਧਰਮ ਦੀ ਸਥਾਪਨਾ ਕੀਤੀ ਹੈਗੀ ਆ। ਤੇ ਜਦੋਂ ਉਹਨਾਂ ਦਾ ਲਾਸਟ ਗ੍ਰੇਟ ਮੁਗਲ ਰੂਲਰ ਔਰੰਗਜ਼ੇਬ ਮਰਿਆ, ਉਹਦੇ ਨਾਲ ਹੀ ਜਿਹੜੇ ਲਾਸਟ ਗੁਰੂ ਸੀ ਗੁਰੂ ਗੋਬਿੰਦ ਸਿੰਘ ਜੀ, ਉਹ ਵੀ ਜੋਤੀ ਜੋਤ ਸਮਾ ਗਏ। ਤਾਂ ਜਿਹੜਾ ਗੁਰੂਆਂ ਦਾ ਟਾਈਮ ਪੀਰੀਅਡ ਆ ਉਹ ਗ੍ਰੇਟ ਮੁਗਲਸ ਦੇ ਟਾਈਮ ਪੀਰੀਅਡ ਨਾਲ ਕਲੈਸ਼ ਕਰਦਾ ਹੈਗਾ, ਮਤਲਬ ਦੋਨਾਂ ਦਾ ਟਾਈਮ ਪੀਰੀਅਡ ਜਿਹੜਾ ਹੈਗਾ ਸਿਮਿਲਰ ਜਿਹੀ ਆ। ਬਾਬਰ ਪੰਜਾਬ ਦਾ ਰੂਲਰ ਬਣਦਾ ਹੈ ਤੇ ਨਾਰਥ ਇੰਡੀਆ ਦਾ ਵੀ 1526 ਦੇ ਵਿੱਚ। ਉਸ ਟਾਈਮ ਭਗਤੀ ਮੂਵਮੈਂਟ ਦਾ ਜ਼ੋਰ ਸੀਗਾ ਨਾਰਥ ਇੰਡੀਆ 'ਚ, ਤੇ ਗੁਰੂ ਨਾਨਕ ਦੇਵ ਜੀ ਵੀ ਇੱਕ ਮੰਨ ਸਕਦੇ ਆ ਭਗਤੀ ਮੂਵਮੈਂਟ ਦੀ ਇੱਕ ਵੱਡੀ ਸ਼ਖਸੀਅਤ ਸੀਗੇ, ਤੇ ਉਹਨਾਂ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ। ਉਸ ਤੋਂ ਬਾਅਦ ਬਾਬਰ ਦਾ ਜਿਹੜਾ ਮੁੰਡਾ ਸੀ ਹੁਮਾਯੂੰ, ਉਹ ਰਾਜਾ ਬਣਿਆ, ਉਹ ਮੁਗਲ ਡਾਇਨੈਸਟੀ ਦਾ ਕਿੰਗ ਬਣਿਆ। ਹੁਮਾਯੂੰ ਨੂੰ ਹਰਾ ਕੇ ਸ਼ੇਰਸ਼ਾਹ ਸੂਰੀ ਰਿਹਾ, ਸ਼ੇਰਸ਼ਾਹ ਸੂਰੀ ਦੇ ਥੋੜੇ ਜਿਹੇ ਵੰਸ਼ਜ ਸੀਗੇ, ਹੋਰ ਕੁਝ ਸਾਲ ਰਹੇ। ਫਿਰ ਹੁਮਾਯੂੰ ਨੇ ਵਾਪਿਸ ਥਰੋਨ ਹਾਸਿਲ ਕਰ ਲਈ ਸੀਗੀ। ਹੁਮਾਯੂੰ ਦੇ ਟਾਈਮ ਹੀ ਬੈਰਮ ਖਾਨ ਗਵਰਨਰ ਆਫ ਸਰਹੰਦ ਸੀਗਾ, ਤਾਂ ਸਰਹੰਦ ਦਾ ਗਵਰਨਰ ਲਾਇਆ ਉਹਨੇ ਬੈਰਮ ਖਾਨ ਨੂੰ। ਹੁਮਾਯੂੰ ਦੇ ਟਾਈਮ ਗੁਰੂ ਅੰਗਦ ਦੇਵ ਜੀ ਸੀਗੇ ਜਿਹੜੇ ਦੂਜੇ ਗੁਰੂ ਸੀਗੇ ਸਿੱਖਾਂ ਦੇ। ਫਿਰ ਉਸ ਤੋਂ ਬਾਅਦ ਮਹਾਰਾਜਾ ਅਕਬਰ, ਅਕਬਰ ਦਾ ਗ੍ਰੇਟ ਦਾ ਟਾਈਮ ਪੀਰੀਅਡ ਸਟਾਰਟ ਹੁੰਦਾ ਹੈਗਾ। ਲਾਹੌਰ ਨੂੰ ਉਹਨੇ ਆਪਦਾ ਕੈਪੀਟਲ ਰੱਖਿਆ 1585 ਤੋਂ 1598 ਤੱਕ, ਕਾਫੀ ਸਾਲ
13 ਸਾਲ ਦਾ ਜਿਹੜਾ ਸਮਾਂ ਹੈਗਾ ਅਕਬਰ ਨੇ ਲਾਹੌਰ ਨੂੰ ਕੈਪੀਟਲ ਰੱਖਿਆ। ਕਾਫੀ ਲਿਬਰਲ ਸੀਗਾ, ਸੈਕੂਲਰ ਸੀਗਾ। ਇਹਦੇ ਟਾਈਮ ਪੀਰੀਅਡ ਦੇ ਵਿੱਚ ਸਿੱਖੀਜ਼ਮ ਜ਼ਿਆਦਾ ਡਿਵੈਲਪ ਹੋਇਆ ਕਿਉਂਕਿ ਲਿਬਰਲ ਰੂਲਰ ਸੀਗਾ, ਇਹਨੇ ਨਵੇਂ ਧਰਮ ਨੂੰ ਦਬਾਇਆ ਨਹੀਂ ਹੈਗਾ। ਤਾਂ ਇਸ ਟਾਈਮ ਪੀਰੀਅਡ 'ਚ ਗੁਰੂ ਅਮਰਦਾਸ ਜੀ ਸੀਗੇ, ਗੁਰੂ ਰਾਮਦਾਸ ਸੀਗੇ ਤੇ ਗੁਰੂ ਅਰਜਨ ਦੇਵ ਜੀ, ਤੀਜੇ, ਚੌਥੇ ਤੇ ਪੰਜਵੇਂ ਗੁਰੂ। ਫਿਰ ਅਕਬਰ ਤੋਂ ਬਾਅਦ ਜਹਾਂਗੀਰ ਆਇਆ, ਉਹਦਾ ਮੁੰਡਾ। ਇਹ ਕਾਫੀ ਇੰਟੋਲਰੈਂਟ ਸੀਗਾ ਤੇ ਸੈਕੂਲਰ ਨਹੀਂ ਸੀਗਾ। ਇਸ ਲਈ ਇਹਨੇ ਮਤਲਬ ਗੁਰੂ ਅਰਜਨ ਦੇਵ ਜੀ ਦੀ ਐਗਜ਼ੀਕਿਊਸ਼ਨ ਵੀ ਕਰਤੀ ਸੀਗੀ। ਕਿਹਾ ਜਾਂਦਾ ਹੈਗਾ ਵੀ ਜਿਹੜਾ ਖੁਸਰੋ ਸੀਗਾ ਜਹਾਂਗੀਰ ਦਾ ਬੇਟਾ, ਉਹਨੇ ਰਿਬੈਲੀਅਨ ਕਰਤੀ ਸੀ ਜਹਾਂਗੀਰ ਦੇ ਖਿਲਾਫ ਤੇ ਗੋਇੰਦਵਾਲ 'ਚ ਉਹਨੂੰ ਬਲੈਸ ਕੀਤਾ ਗੁਰੂ ਨੇ। ਇਸ ਕਰਕੇ ਉਹਨੇ ਗੁਰੂ ਅਰਜਨ ਦੇਵ ਜੀ ਨੂੰ ਐਗਜ਼ੀਕਿਊਟ ਕਰਤਾ ਸੀਗਾ। ਗੁਰੂ ਹਰਗੋਬਿੰਦ ਸਿੰਘ ਜੀ ਸੀਗੇ ਜਿਹੜੇ, ਉਹ ਵੀ ਜਹਾਂਗੀਰ ਦੇ ਟਾਈਮ ਪੀਰੀਅਡ 'ਚ ਗੁਰੂ ਸੀਗੇ ਤੇ ਗਵਾਲੀਅਰ ਦੇ ਕਿਲੇ ਦੇ ਵਿੱਚ ਉਹਨਾਂ ਨੂੰ ਬੰਦੀ ਬਣਾਇਆ ਗਿਆ ਸੀਗਾ। ਫਿਰ ਸ਼ਾਹਜਹਾਂ ਦਾ ਟਾਈਮ ਪੀਰੀਅਡ ਸਟਾਰਟ ਹੁੰਦਾ। ਸ਼ਾਹਜਹਾਂ ਦੇ ਟਾਈਮ ਪੀਰੀਅਡ ਦੇ ਵਿੱਚ ਵੀ ਕਈ ਬੈਟਲਸ ਲੜਨੀਆਂ ਪੈ ਗਈਆਂ ਗੁਰੂ ਹਰਗੋਬਿੰਦ ਸਿੰਘ ਜੀ ਨੂੰ। ਇਸ ਲਈ ਉਹਨਾਂ ਨੇ ਕੀਰਤਪੁਰ 'ਚ ਜਾ ਕੇ ਇੱਕ ਸ਼ਹਿਰ ਵਸਾਇਆ, ਕੀਰਤਪੁਰ ਨਾਮ ਦਾ। ਪਹਾੜ ਜਿਹੜੇ ਸ਼ਿਵਾਲਿਕ ਹਿਲਸ ਨੇ ਉਹਨਾਂ ਦੀ ਜੜ 'ਚ ਜਾ ਕੇ, ਰੋਪੜ 'ਚ ਇਹ ਏਰੀਆ ਹੈਗਾ। ਕਿਉਂਕਿ ਉਹ ਬੈਟਲਸ ਤੋਂ ਤੰਗ ਆ ਗਏ ਸੀ, ਉਹਨਾਂ ਨੂੰ ਲੱਗ ਰਿਹਾ ਸੀਗਾ ਵੀ ਉਹ ਜਿਹੜਾ ਧਰਮ ਪ੍ਰਚਾਰ ਦਾ ਕੰਮ ਆ ਉਹ ਨਹੀਂ ਕਰ ਪਾ ਰਹੇ। ਉਹਨਾਂ ਦੇ ਟਾਈਮ ਪੀਰੀਅਡ 'ਚ ਹੀ ਗੁਰੂ ਹਰਰਾਏ ਜੀ ਆਉਂਦੇ ਨੇ ਤੇ ਗੁਰੂ ਹਰਰਾਏ ਜੀ ਸੀਗੇ ਜਿਹੜੇ 7ਵੇਂ ਗੁਰੂ ਸੀ ਸਿੱਖਾਂ ਦੇ। ਉਹਨਾਂ ਨੇ ਦਾਰਾ ਸ਼ਿਕੋ ਨੂੰ ਬਲੈਸ ਕੀਤਾ ਸੀ, ਜੋ ਔਰੰਗਜ਼ੇਬ ਦਾ ਭਾਈ ਸੀ। ਉਹ ਵੀ ਗੱਦੀ ਤੇ ਬੈਠਣਾ ਚਾਹੁੰਦਾ ਸੀ। ਦਾਰਾ ਸ਼ਿਕੋ ਤੇ ਔਰੰਗਜ਼ੇਬ ਦੀ ਲੜਾਈ ਸੀ। ਸ਼ਾਹਜਹਾਂ ਤੋਂ ਬਾਅਦ ਲਾਸਟ ਜਿਹੜਾ ਮੁਗਲ ਗ੍ਰੇਟ ਰੂਲਰ ਸੀ ਉਹ ਹੈਗਾ ਸੀ ਔਰੰਗਜ਼ੇਬ। ਕਾਫੀ ਕਰੂਰ ਸੀਗਾ ਤੇ ਇਹਨੇ ਗੁਰੂ ਜੀ ਨੂੰ ਸੰਮਨ ਕੀਤਾ, ਗੁਰੂ ਹਰਰਾਏ ਜੀ ਨੂੰ, ਕਿਉਂਕਿ ਉਹਨਾਂ ਨੇ ਦਾਰਾ ਸ਼ਿਕੋ ਨੂੰ ਬਲੈਸ ਕੀਤਾ ਸੀ। ਇਹਨਾਂ ਦੇ ਟਾਈਮ ਪੀਰੀਅਡ 'ਚ ਹੀ ਗੁਰੂ ਹਰਕ੍ਰਿਸ਼ਨ ਜੀ ਸੀਗੇ ਤੇ ਗੁਰੂ ਤੇਗ ਬਹਾਦਰ ਜੀ ਸੀਗੇ, 9ਵੇਂ ਗੁਰੂ ਸੀਗੇ ਜੋ ਸਿੱਖਾਂ ਦੇ। ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਿਤਾਂ ਨੂੰ ਬਚਾਉਣ ਲਈ ਆਪਣਾ ਸਿਰ ਦਿੱਤਾ ਸੀ। 1675 'ਚ ਇਹਨਾਂ ਨੂੰ ਚਾਂਦਨੀ ਚੌਕ 'ਚ ਸ਼ਹੀਦ ਕਰ ਦਿੱਤਾ ਗਿਆ। ਇਸ ਦੇ ਹੀ ਟਾਈਮ ਪੀਰੀਅਡ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਸੀਗੇ। ਔਰੰਗਜ਼ੇਬ ਦਾ ਜੋ ਟਾਈਮ ਪੀਰੀਅਡ ਸੀਗਾ ਉਹਦੇ ਐਂਡ ਵਿੱਚ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਹੈਗੇ ਸੀ ਗੁਰੂ ਬਣੇ, 10th ਗੁਰੂ। 1699 'ਚ ਅਨੰਦਪੁਰ ਸਾਹਿਬ 'ਚ ਇਹਨਾਂ ਨੇ ਖਾਲਸਾ ਦੀ ਸਥਾਪਨਾ ਕੀਤੀ ਸੀ, ਜੋ ਇੰਪੋਰਟੈਂਟ ਹੈਗਾ ਸਿੱਖ ਹਿਸਟਰੀ ਦੇ ਹਿਸਾਬ ਨਾਲ ਵੀ ਤੇ ਪੰਜਾਬ ਦੀ ਹਿਸਟਰੀ ਦੇ ਹਿਸਾਬ ਨਾਲ ਵੀ। ਫਿਰ ਬੈਟਲਸ ਇਹਨਾਂ ਨੇ ਕਾਫੀ ਲੜੀਆਂ, ਹਿਲ ਚੀਫਸ ਦੇ ਖਿਲਾਫ ਤੇ ਮੁਗਲਸ ਦੇ ਖਿਲਾਫ। ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬੰਦਾ ਬਹਾਦਰ ਆਉਂਦਾ ਹੈਗਾ ਤੇ ਬੰਦਾ ਬਹਾਦਰ ਸੀਗੇ ਜਿਹੜੇ, ਇਹਨਾਂ ਨੇ ਸਰਹੰਦ ਤੇ ਲਾਹੌਰ ਤੇ ਕਾਫੀ ਲੜਾਈਆਂ ਲੜੀਆਂ ਤੇ ਜਿੱਤ ਹਾਸਲ ਕੀਤੀ ਇਹ ਏਰੀਆਜ਼ ਦੇ ਉੱਤੇ। ਗੁਰੂਆਂ ਤੋਂ ਬਾਅਦ ਬੰਦਾ ਬਹਾਦਰ ਜਿਹੜੇ ਹੈਗੇ ਨੇ, ਇਹਨਾਂ ਨੇ ਬਦਲਾ ਲਿਆ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਚਾਰੇ ਪੁੱਤਰ ਸ਼ਹੀਦ ਕੀਤੇ ਗਏ ਸੀਗੇ। ਤੇ ਐਂਡ ਵਿੱਚ ਗਵਰਨਰ ਆਫ ਲਾਹੌਰ ਨੇ ਕੈਪਚਰ ਕਰ ਲਿਆ ਬੰਦਾ ਬਹਾਦਰ ਨੂੰ ਤੇ ਸ਼ਹੀਦ ਕਰਤਾ। ਇਸੀ ਟਾਈਮ ਪੀਰੀਅਡ 'ਚ ਮੁਗਲ ਐਮਪਾਇਰ ਦਾ ਡਿਕਲਾਈਨ ਸ਼ੁਰੂ ਹੋ ਗਿਆ ਸੀ। ਬੰਦਾ ਬਹਾਦਰ ਤੋਂ ਬਾਅਦ ਪੰਜਾਬ ਦੇ ਵਿੱਚ ਮਿਸਲਸ ਦਾ ਜਿਹੜਾ ਹੈਗਾ ਟਾਈਮ ਪੀਰੀਅਡ ਸਟਾਰਟ ਹੁੰਦਾ। ਇਹ ਹੈਗਾ ਸੀ ਸਿੱਖ ਕਨਫੈਡਰੇਸ਼ਨ ਸੀਗੀ, ਤਾਂ 11 ਜਾਂ 12 ਮਿਸਲ ਸੀਗੇ 18ਵੀਂ ਸਦੀ ਦੇ ਵਿੱਚ। ਉਹ ਇਕੁਅਲ ਹੁੰਦੇ ਸੀਗੇ, ਤਾਂ ਇੱਕ ਤਰੀਕੇ ਨਾਲ ਛੋਟੀ-ਛੋਟੀਆਂ ਸਟੇਟਸ ਸੀਗੀਆਂ ਜਿਹੜੀਆਂ ਕੁਝ ਮੁੱਦਿਆਂ ਤੇ ਇਕੱਠੀਆਂ ਹੋ ਜਾਂਦੀਆਂ ਸੀ। ਜਿਵੇਂ ਜਦੋਂ ਮੁਗਲਸ ਅਟੈਕ ਕਰਦੇ ਸੀਗੇ ਪੰਜਾਬ ਤੇ ਜਾਂ ਸਿੱਖ ਸਮੁਦਾਇ ਦੇ ਉੱਪਰ, ਤਾਂ ਇਹ 11-12 ਜਿਹੜੀਆਂ ਮਿਸਲ ਸੀਗੀਆਂ ਇਹ ਇਕੱਠੀਆਂ ਹੋ ਜਾਂਦੀਆਂ ਸੀਗੀਆਂ। ਮਿਸਲਸ ਨੂੰ ਕੰਸੋਲੀਡੇਟ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਐਮਪਾਇਰ ਬਣਾਇਆ। 1799 ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਪੀਰੀਅਡ ਸਟਾਰਟ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਡਿਕਲਾਈਨ ਹੈਗਾ ਉਹਨਾਂ ਦੇ ਐਮਪਾਇਰ ਦਾ ਤੇ ਬ੍ਰਿਟਿਸ਼ਰਸ ਆ ਜਾਂਦੇ ਨੇ। ਤਾਂ ਜਿਹੜੀ ਮੈਡੀਵਲ ਹਿਸਟਰੀ ਆ ਉਹਦੇ ਵਿੱਚ ਆਪਾਂ ਦਿੱਲੀ ਸਲਤਨਤ ਪੜ੍ਹਦੇ ਹੈਗੇ ਆ। ਉਸ ਤੋਂ ਬਾਅਦ ਮੁਗਲਸ ਪੜ੍ਹਦੇ ਹੈਗੇ ਆ, ਜਿਹੜੇ ਗ੍ਰੇਟ ਮੁਗਲ ਸੀਗੇ। ਇੱਥੇ ਹੀ ਆਪਾਂ ਸਿੱਖ ਇਤਿਹਾਸ 'ਚ ਸਿੱਖ ਗੁਰੂਆਂ ਨੂੰ ਪੜ੍ਹਦੇ ਹੈਗੇ ਆ। ਫਿਰ ਉਸ ਤੋਂ ਬਾਅਦ ਬੰਦਾ ਬਹਾਦਰ ਦਾ ਟਾਈਮ ਪੀਰੀਅਡ ਸਟਾਰਟ ਹੁੰਦਾ ਹੈ। ਫਿਰ ਮਿਸਲ ਸਿਸਟਮ ਹੈਗਾ, ਫਿਰ ਮਹਾਰਾਜਾ ਰਣਜੀਤ ਸਿੰਘ ਨੇ, ਫਿਰ ਉਹਨਾਂ ਦਾ ਐਮਪਾਇਰ ਡਿਕਲਾਈਨ ਹੁੰਦਾ। ਫਿਰ ਫਾਈਨਲੀ ਜਦੋਂ ਬ੍ਰਿਟਿਸ਼ ਆ ਜਾਂਦੇ ਨੇ, ਆਪਾਂ ਕਹਿੰਦੇ ਆ ਵੀ ਮੈਡੀਵਲ ਹਿਸਟਰੀ ਜਿਹੜੀ ਹੈਗੀ ਖਤਮ ਹੁੰਦੀ ਆ ਤੇ ਮਾਡਰਨ ਹਿਸਟਰੀ ਸਟਾਰਟ ਹੁੰਦੀ ਆ। ਤੇ ਮੈਡੀਵਲ ਹਿਸਟਰੀ ਦਾ ਇੱਕ ਇੰਪੋਰਟੈਂਟ ਪਾਰਟ ਹੈਗਾ ਭਗਤਿਜ਼ਮ ਤੇ ਸੂਫੀਜ਼ਮ। ਤਾਂ ਜਿਹੜੀ ਭਗਤੀ ਮੂਵਮੈਂਟ ਆ ਤੇ ਸੂਫੀ ਕਲਚਰ ਆ, ਕਾਫੀ ਜ਼ਿਆਦਾ ਪਨਪ ਰਿਹਾ ਸੀ ਮੈਡੀਵਲ ਪੀਰੀਅਡ ਦੇ ਵਿੱਚ। ਤੇ ਮੈਡੀਵਲ ਪੀਰੀਅਡ ਦੀ ਹੀ ਇਹ ਦੇਣ ਹੈਗਾ ਜਿਹੜਾ ਸੂਫੀ ਕਲਚਰ ਆ ਤੇ ਭਗਤੀ ਦਾ ਕਲਚਰ ਸੀਗਾ ਭਾਰਤ ਦੇ ਵਿੱਚ। ਇਸ ਨੂੰ ਵੀ ਆਪਾਂ ਸਟੱਡੀ ਕਰਦੇ ਹਾਂ।